हाँ जी स्टूडेंट्स, स्वागत है ਤੁਹਾਡਾ ਫਿਜ਼ਿਕਸ ਦੀ ਕਲਾਸ 'ਚ। ਹੁਣ ਆਪਾਂ ਕਰਨ ਜਾ ਰਹੇ ਹਾਂ what do you understand by the transformation of energy, give some examples to explain the process। देखो ट्रांसफॉर्मेशन एनर्जी ਹੁੰਦਾ ਹੈ ਕਿ એનર્ਜੀ ਜਿਹੜੀ ਹੈ ਉਹ ਨਾ ਤਾਂ ਬਣਾਈ ਜਾ ਸਕਦੀ ਹੈ ਨਾ ਹੀ ਉਹਨੂੰ ਖਤਮ ਕੀਤਾ ਜਾ ਸਕਦਾ ਹੈ। one form of energy can be converted into another, ठीक है। So the process of changing one form of energy into another form of energy is called transformation of energy, ठीक है। यही है law of conservation of energy, ठीक है। According to this law, energy of a system can neither be created nor be destroyed, but one form of energy can be converted into another form of energy, but the total energy of an isolated system remains constant, ठीक है। ਕੋਈ ਆਈਸੋਲੇਟਡ ਸਿਸਟਮ ਆਪਾਂ ਮੰਨ ਲੈਂਦੇ ਹਾਂ, ਜਿਵੇਂ ਆਪਾਂ ਗੱਲ ਕੀਤੀ ਸੀਗੀ ਪੋਟੈਂਸ਼ੀਅਲ ਐਨਰਜੀ ਦੀ ਸਟੋਨ ਦੀ, ਠੀਕ ਹੈ। ਉਹ ਹਾਈਟ ਤੋਂ ਗਿਰਦਾ ਹੈ, ਸੋ ਉਹ ਆਪਾਂ ਦੇਖਿਆ ਸੀਗਾ 3 ਪ੍ਰੋਸੈਸਿਸ ਦੇ ਵਿੱਚ ਉਹ ਚੇਂਜ ਨਹੀਂ ਹੁੰਦੀ। ਐਮ ਜੀ ਐਚ ਹੀ ਵੈਲਿਊ ਹੁੰਦੀ ਆ ਰਹੀ ਹੈ ਸਾਰੀ, ਜਿਹੜੀ ਟੋਟਲ ਐਨਰਜੀ ਪੋਟੈਂਸ਼ੀਅਲ ਪਲੱਸ ਕੈਨੇਟਿਕ, ਠੀਕ ਹੈ। ਸੋ ਇਹਦਾ ਮਤਲਬ ਹੈ ਕਿ ਟੋਟਲ ਐਨਰਜੀ ਆਫ ਦਾ ਸਿਸਟਮ, ਹਾਲਾਂਕਿ ਪੋਟੈਂਸ਼ੀਅਲ ਐਨਰਜੀ ਕਨਵਰਟ ਹੋ ਰਹੀ ਹੈ ਕੈਨੇਟਿਕ ਦੇ ਵਿੱਚ, ਪਰ ਟੋਟਲ ਐਨਰਜੀ ਸਿਸਟਮ ਦੀ ਜਿਹੜੀ ਹੈ ਉਹ ਕੌਨਸਟੈਂਟ ਰਹਿ ਰਹੀ ਹੈ। So यही law of conservation of energy है कि one form of energy is converted to another in an isolated system, but the total energy of the system remains conserved. Energy can neither be created nor destroyed, but one form of energy can be converted into another form of energy, ठीक है। एग्जाम्पल्स ਆਪਾਂ ਕਾਫੀ ਲੈ ਸਕਦੇ ਹਾਂ, ਠੀਕ ਹੈ। ਆਪਣੀ ਡੇਲੀ ਰੂਟੀਨ ਲਾਈਫ ਦੇ ਵਿੱਚ ਵੀ ਆਪਾਂ ਕਾਫੀ ਐਗਜ਼ਾਮਪਲਸ ਇਹਦੀਆਂ ਦੇਖਦੇ ਹਾਂ। ਸੋ ਫਸਟ ਐਗਜ਼ਾਮਪਲ ਇੱਥੇ ਲਿਖੀ ਹੈ, potential energy of a stone placed at some height is converted into kinetic energy when the stone is dropped. Electric energy is converted into light and heat using a bulb, ठीक है। ਉਹਦੇ 'ਚ ਆਪਾਂ ਇਲੈਕਟ੍ਰੀਕਲ એનર્ਜੀ ਨੂੰ ਲਾਈਟ ਤੇ ਹੀਟ ਵਿੱਚ ਕਨਵਰਟ ਕਰਦੇ ਹਾਂ, ਕਿਉਂਕਿ ਹੀਟ ਵੀ ਪ੍ਰੋਡਿਊਸ ਹੁੰਦੀ ਹੈ, ਲਾਈਟ ਵੀ ਪ੍ਰੋਡਿਊਸ ਹੁੰਦੀ ਹੈ। ਇਸੇ ਤਰ੍ਹਾਂ ਕੋਲ ਬਰਨਿੰਗ ਹੁੰਦੀ ਹੈ, ਕੋਲਾ ਜਲਦਾ ਅਤੇ ਉਹਦੇ 'ਚ ਛੁਪੀ ਹੋਈ ਮਕੈਨੀਕਲ એનર્ਜੀ ਜਿਹੜੀ ਹੈ, ਠੀਕ ਹੈ, ਉਹ ਕਨਵਰਟ ਹੋ ਜਾਂਦੀ ਹੈ ਲਾਈਟ ਤੇ ਹੀਟ ਦੇ ਵਿੱਚ। ਐਟਮ ਬੰਬ ਜਦੋਂ ਚੱਲਦਾ ਹੈ, ਐਟੋਮਿਕ ਐਨਰਜੀ ਕਨਵਰਟ ਹੋ ਜਾਂਦੀ ਹੈ ਲਾਈਟ ਤੇ ਹੀਟ ਤੇ ਸਾਊਂਡ ਦੇ ਵਿੱਚ, ਠੀਕ ਹੈ। ਸੋ ਇਸ ਤਰ੍ਹਾਂ ਕਈ ਐਗਜ਼ਾਮਪਲਸ ਨੇ ਇਹਦੀਆਂ। ਹੁਣ ਨੈਕਸਟ ਆਪਾਂ ਪਾਵਰ ਬਾਰੇ ਪੜ੍ਹਾਂਗੇ। ਹਾਂਜੀ ਦੇਖੋ, ਨੈਕਸਟ ਕੁਐਸਚਨ ਹੈ, ਡਿਫਾਈਨ ਪਾਵਰ, ਰਾਈਟ ਇਟਸ ਐਸਆਈ ਯੂਨਿਟ ਐਂਡ ਡਾਇਮੈਂਸ਼ਨਲ ਫਾਰਮੂਲਾ। ਸੋ ਪਾਵਰ ਕੀ ਹੁੰਦੀ, ਦੇਖੋ ਇਟ ਇਜ਼ ਦਾ ਰੇਟ ਆਫ ਡੂਇੰਗ ਵਰਕ, ਠੀਕ ਹੈ। ਕਿਸੇ ਚੀਜ਼ ਦੇ ਕਾਰਜ ਕਰਨ ਦੀ ਜਿਹੜੀ ਹੈ क्षमता ਹੈ, ਠੀਕ ਹੈ ਨਾ, ਜਾਂ ਦਰ ਹੈ, ਕਾਰਜ ਕਰਨ ਦੀ ਦਰ ਨੂੰ ਆਪਾਂ ਪਾਵਰ ਕਹਿੰਦੇ ਆ, ਰੇਟ ਆਫ ਡੂਇੰਗ ਵਰਕ। ਜੈਸੇ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਕਿ ਇੱਕ ਬੰਦਾ ਸੀੜੀਆਂ ਚੜ੍ਹ ਰਿਹਾ ਹੈ ਤੇ 10 ਸੀੜੀਆਂ ਨੇ, ਇੱਕ ਬੰਦਾ 25 ਸੈਕਿੰਡ ਲੈ ਲੈਂਦਾ ਹੈ, ਠੀਕ ਹੈ, ਜਾਂ ਇੱਕ ਬੰਦਾ 40 ਸੈਕਿੰਡ ਲੈ ਲੈਂਦਾ ਹੈ, ਠੀਕ ਹੈ। 10 ਸੀੜੀਆਂ ਚੜ੍ਹਨ ਲਈ 40 ਸੈਕਿੰਡ ਲੈ ਲੈਂਦਾ ਹੈ। ਦੂਸਰਾ ਬੰਦਾ ਉਹੀ 10 ਸੀੜੀਆਂ 10 ਸੈਕਿੰਡ 'ਚ ਚੜ੍ਹ ਜਾਂਦਾ ਹੈ। ਤੀਸਰਾ ਬੰਦਾ ਉਹੀ 10 ਸੀੜੀਆਂ ਜਿਹੜੀਆਂ 2 ਸੈਕਿੰਡ ਚੜ੍ਹ ਜਾਂਦਾ ਹੈ। ਤਾਂ ਆਪਾਂ ਦੇਖਦੇ ਹਾਂ ਕਿ 40 ਸੈਕਿੰਡ ਜਿਹੜਾ ਬੰਦਾ ਚੜ੍ਹਿਆ ਉਹ ਬੜੇ ਆਰਾਮ ਨਾਲ ਹੌਲੀ ਹੌਲੀ ਚੜ੍ਹਿਆ, ਠੀਕ ਹੈ, ਅਤੇ ਉਹਦੀ ਪਾਵਰ ਕਾਫੀ ਘੱਟ ਹੈ, ਕਿਉਂਕਿ ਰੇਟ ਆਫ ਡੂਇੰਗ ਵਰਕ ਜਿਹੜਾ ਉਹ ਬੜਾ ਸਲੋ ਹੈ। ਉਸੇ ਤਰ੍ਹਾਂ ਜਿਹੜਾ ਸੈਕਿੰਡ ਹੈ, ਜਿਹਨੇ 30 ਸੈਕਿੰਡ ਲਿੱਤੇ ਹੈ, ਉਹਦੀ ਪਾਵਰ ਪਹਿਲੇ ਨਾਲੋਂ ਥੋੜ੍ਹੀ ਜ਼ਿਆਦਾ ਹੈ। ਹੁਣ ਜਿਹਨੇ 2 ਸੈਕਿੰਡ ਲਿੱਤੇ ਹੈ, ਉਹਦੀ ਪਾਵਰ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਹੈ। ਸੋ ਪਾਵਰ ਕੀ, ਰੇਟ ਆਫ ਡੂਇੰਗ ਵਰਕ। ਸੋ ਪਾਵਰ ਦੇ ਯੂਨਿਟ ਕੀ ਹੈ, ਰੇਟ ਆਫ ਡੂਇੰਗ ਵਰਕ, ਜਾਊਲ ਪਰ ਸੈਕਿੰਡ, ਠੀਕ ਹੈ ਨਾ। ਸੋ ਇੱਥੇ ਆਪਾਂ ਕਹਾਂਗੇ ਪਾਵਰ ਇਜ਼ ਡਿਫਾਈਨਡ ਐਜ਼ ਦਾ ਰੇਟ ਆਫ ਡੂਇੰਗ ਵਰਕ, ਅਤੇ ਇਹਦੇ 'ਚ ਅੱਗੋਂ ਐਵਰੇਜ ਪਾਵਰ ਆ ਜਾਂਦੀ ਹੈ। ਜੇ ਮੰਨ ਲਓ ਡੈਲਟਾ ਡਬਲਿਊ ਵਰਕ ਕਿਸੇ ਨੇ ਕੀਤਾ ਡੈਲਟਾ ਟੀ ਟਾਈਮ 'ਚ, ਤਾਂ ਆਪਾਂ ਐਵਰੇਜ ਪਾਵਰ ਪੀ ਬਾਰ ਜਿਹੜਾ ਹੈ ਉਹ ਡੈਲਟਾ ਡਬਲਿਊ ਬਾਈ ਡੈਲਟਾ ਟੀ ਨਾਲ ਲਿਖਾਂਗੇ। ਇਸੇ ਤਰ੍ਹਾਂ ਇੰਸਟੈਂਟੇਨੀਅਸ ਪਾਵਰ ਹੁੰਦੀ ਹੈ। ਇੰਸਟੈਂਟੇਨੀਅਸ ਪਾਵਰ ਕੀ ਹੈ ਕਿ ਕਿਸੇ ਪਰਟੀਕੂਲਰ ਟਾਈਮ 'ਤੇ ਉਹਨੂੰ ਲਿਮਟਿੰਗ ਵੈਲਿਊ ਲੈ ਲਾਂਗੇ ਆਪਾਂ ਇਸ ਐਵਰੇਜ ਪਾਵਰ ਦੀ, ਜਦੋਂ ਡੈਲਟਾ ਟੀ 0 ਨੂੰ ਅਪਰੋਚ ਕਰੇਗਾ, ਠੀਕ ਹੈ। ਸੋ ਆਪਾਂ ਉਹਨੂੰ ਪੀ ਲਿਖਾਂਗੇ, ਪੀ ਇਜ਼ ਇਕੁਅਲ ਟੂ ਲਿਮਿਟ ਡੈਲਟਾ ਟੀ ਅਪਰੋਚਿਸ 0, ਅਤੇ ਇੱਥੇ ਆ ਜਾਏਗਾ ਡੈਲਟਾ ਡਬਲਿਊ ਡਿਵਾਈਡ ਬਾਈ ਡੈਲਟਾ ਟੀ, ਵਿਚ ਕਮਜ਼ ਆਊਟ ਟੂ ਬੀ ਡੀ ਡਬਲਿਊ ਬਾਈ ਡੀ ਟੀ, ਠੀਕ ਹੈ। ਇਹ ਐਵਰੇਜ, ਜਿਹੜੀ ਇਹ ਐਵਰੇਜ ਪਾਵਰ ਆ ਗਈ, ਇਹ ਇੰਸਟੈਂਟੇਨੀਅਸ ਪਾਵਰ ਦੀ ਵੈਲਿਊ ਆ ਗਈ, ਠੀਕ ਹੈ, ਜਿਹੜੀ ਆਪਾਂ ਲਿਮਟਿੰਗ ਵੈਲਿਊ ਲੈਂਦੇ ਹਾਂ ਵੈਨ ਐਵਰੇਜ ਪਾਵਰ ਵੈਨ ਡੈਲਟਾ ਟੀ ਅਪਰੋਚਿਸ 0, ਠੀਕ ਹੈ। ਔਰ ਯੂਨਿਟ ਆਫ ਪਾਵਰ ਆਪਾਂ ਲਿਖਦੇ ਹਾਂ ਵਾਟ, ਠੀਕ ਹੈ। ਸੋ 1 ਵਾਟ ਜਿਹੜਾ ਹੈ ਉਹ ਹੁੰਦਾ ਹੈ 1 ਜਾਊਲ ਪਰ 1 ਸੈਕਿੰਡ, ਠੀਕ ਹੈ, 1 ਜਾਊਲ ਪਰ ਸੈਕਿੰਡ।
ਸੋ ਪਾਵਰ ਕਿਸੇ ਚੀਜ਼ ਦੀ 1 ਵਾਟ ਕਹੀ ਜਾਂਦੀ ਹੈ ਜੇ ਉਹ ਏਜੰਸੀ 1 ਜੂਲ ਵਰਕ 1 ਸੈਕਿੰਡ ਵਿੱਚ ਕਰਦੀ ਹੈ, ਠੀਕ ਹੈ ਨਾ। ਸੋ ਆਪਾਂ ਲਿਖਾਂਗੇ ਪਾਵਰ ਆਫ ਐਨੀ ਏਜੰਸੀ ਜਾਂ ਐਨੀਥਿੰਗ ਆਪਾਂ ਕਹਿ ਦਿੰਦੇ ਆ, ਠੀਕ ਹੈ। ठीक है, एनी एजेंसी is said to be one watt if 1 joule of work is done in 1 second, ठीक है। सो 1 जूल वर्क 1 सेकंड किया जाता किसी एजेंसी द्वारा, तो आप उनकी पावर जी है वो 1 वाट कह देंगे, ठीक है। इज सेड टू बी 1 वाट इफ 1 जूल ऑफ वर्क इज डन इन 1 सेकंड बाय दैट एजेंसी, ठीक है। हम प्रैक्टिकल यूनिट पावर का जोड़ा है वो आप लिखते हैं 1 हॉर्स पावर। सो 1 हॉर्स पावर की होंगे, देखो जी मोटर वगैरह आप लैन जाने बाजार उन्हें हॉर्स पावर लिखे होंगे है, तो वो 746 वाट की मोटर होती है जो आप कहते एक दी मोटर ले लो, ठीक है। सो 746 वाट की मोटर होंगी है, ठीक है। कैपिटल W नाल आप लिखने वाट नूं, सिंगल लैटर लिखनी हो तो जे पूरे लैटर लिखने हो तो आप आ स्पैलिंग लिख देंगे, ठीक है। सो 1 हॉर्स पावर 746 वाट की है। डायमेंशनल फार्मूला पावर का की देखो, डायमेंशनल फार्मूला जाउल, जाउल एनर्जी ली है, एनर्जी का ml² T-2 होंगे है। सो डायमेंशनल फार्मूला फॉर पावर इज इतने आप लिखांगे देखो वाट इज इक्वल टू जाउल पर सेकेंड। सो जाउल एनर्जी है तो डायमेंशनल फार्मूले के फॉर्म च आप लिखांगे तो ml² T-2 लिख देंगे तो सैकेंड नू टी लिखांगे। सो टी ऊपर चला जाएगा माइनस बन जाएगा m1l2 T-3, ठीक है। सो ये डायमेंशनल फार्मूला पावर का अपने को आ गया ml² T-3। हम देखो आप पावर तो एनर्जी च रिलेशन लिखांगे, अपन पता है जी पावर है वो वर्क डन और टाइम टेकन के बराबर है, ठीक है। हुण वर्क डन जिहड़ा है इक्वल टू एनर्जी हुंदा है, ठीक है ना। वर्क तो एनर्जी आप देखा है बराबर है, तो आप एनर्जी नाल इहनूं रिप्लेस कर देंगे तो पावर बराबर आ जाएगी एनर्जी पर यूनिट टाइम, एनर्जी ओवर टाइम, ठीक है। तो टाइम टेकन नूं तुसीं टाइम कला लिख दो भावें इत्थे, ठीक है। सो टाइम इत्थे आ गई। सो एनर्जी कितने बराबर होगी पावर इंटू टाइम, ठीक है। सो एनर्जी इज इक्वल टू पावर इंटू टाइम। हाँ जी देखो नेक्स्ट क्वेश्चन है ड्राइव पावर इन टर्म्स ऑफ फोर्स एंड वेलोसिटी। हम देखो अपन पता है जी इंस्टेंटेनियस पावर है एज इंस्टेंटेनियस पावर P इज इक्वल टू dW/dt, ठीक है। इनके बराबर आप लिखा आल्सो जो W है वर्क के बराबर होंगे फोर्स इंटू डिस्प्लेसमेंट का डॉट प्रोडक्ट, ठीक है ना। सो W इज इक्वल टू फोर्स इंटू डिस्प्लेसमेंट वेयर F is the applied force and S is the displacement, ठीक है। सो आप इनू इत्थे रिप्लेस कर दिए तो P की वैल्यू की आ जाएगी अपने को d/dt ऑफ F डॉट S, ठीक है। हुण फोर्स जी अप्लाई की जाती है वो कॉन्सटेंट फोर्स है, ठीक है। सो आप फोर्स नूं डेरीवेटिव चों बाहर लिख देंगे
इत्थे आ जाएगा एफ डी एस बाय डी टी, ठीक है, विद डॉट प्रोडक्ट। सो पावर कितने बराबर हो जाएगी, एफ डॉट, देखो रेट ऑफ चेंज ऑफ डिस्प्लेसमेंट क्या होता है, वेलोसिटी, सो इत्थे वी आ जाएगी, ठीक है। सो एफ डॉट वी आ गई, ठीक है, दोनों डॉट प्रोडक्ट बन गया। सो पावर जिहड़ी है वो फोर्स ते वेलोसिटी का डॉट प्रोडक्ट आ गया। पावर वैक्टर क्वांटिटी नहीं हो, फोर्स ते वेलोसिटी दे आर वैक्टर क्वांटिटीज, डॉट प्रोडक्ट आ गया। हुण जे फोर्स डिस्प्लेसमेंट की डायरैक्शन च लगती है तो वेलोसिटी ते फोर्स की डायरैक्शन भी सेम हो जाती है, ठीक है ना। आप कहेंगे इफ फोर्स इज अप्लाइड in the direction of the force, if force is applied, या आप कहिए if displacement is in the direction of the applied force, इस तरह लिखते हैं आप, if displacement is in the direction of the force, then force and velocity they are in the same direction, then angle between F and V is 0 डिग्री, ठीक है, क्योंकि सेम डायरेक्शन जो होंगे तो आप कहेंगे P इज इक्वल टू एफ वी कोस थीटा, P इज इक्वल टू एफ वी कोस 0, P कम्स आउट टू बी प्रोडक्ट ऑफ फोर्स एंड वेलोसिटी, ठीक है। सो ये पावर आ गई अपने को फोर्स ते वेलोसिटी के प्रोडक्ट के, ठीक है। सो डिस्क्राइब पावर इन टर्म्स ऑफ फोर्स एंड वेलोसिटी, सो फोर्स ते वेलोसिटी के प्रोडक्ट के बराबर पावर जी है अपने को आ गई, ठीक है। हाँ जी, देखो नैक्सट न्यूमेरिकल है अ 30 kg चाइल्ड रनस अप अ फ्लाइट ऑफ स्टेयर्स, मतलब पौड़ियां चढ़ जाता है 30 किलोग्राम का कोई बच्चा 4 मीटर उच्चियां ने 2 सेकंड दे विच, कैलकुलेट हिज पावर, अ 30 kg चाइल्ड रनस अप अ फ्लाइट ऑफ स्टेयर्स 4 मीटर हाई इन 2 सेकंड्स, कैलकुलेट हिज पावर। सो आप इनकी पावर की कैलकुलेशन करते हैं। हाँ जी, देखो जो 30 kg चाइल्ड है, ठीक है, सो मास दिता होया है आपां 30 किलोग्राम, ठीक है, हाइट 4 मीटर है, एच की वैल्यू 4 मीटर है, टाइम दिता होया 2 सेकंड्स, ठीक है। सो इत्थे देखो ये बच्चा ऊपर पहुंच गया 4 मीटर उचाई ते, सो 4 मीटर उचाई ते उहदे कोल की आ जाएगी, पोटेंशियल एनर्जी, ठीक है ना। उन्हें वर्क किया, दैट वर्क इज स्टोर्ड इन द फॉर्म ऑफ पोटेंशियल एनर्जी, वर्क डन पर इन टाइम अपनी पावर है। सो आप पहले देखेंगे W इज इक्वल टू mgh, ठीक है ना। सो इतने G की वैल्यू भी आप लिख लीए, वो होगी 9.8 मीटर पर सेकंड स्क्वायर। सो अपने को वर्क की वैल्यू कितनी आ गई 30 इंटू 9.8 इंटू 4, ठीक है। सो ये वर्क कितना आ गया अपने को 3 चौकी 12 120 हो गया, 120 को 9.8 आप करा, 12 8 96, 12 9 108 से 9 117, ठीक है। 12 8 96 का 6 लगेगा, तो 12 9 108 तो 9 117 हो गए, तो इतने एक बार दशमलव है 0 है, 0 ला के दशमलव लगा 1176 ही आ जाएगा, ठीक है। तो 1176 आ गया। हम आप जोड़ा पावर की गल करा, तो पावर की वैल्यू कितनी आ जाएगी W/T, सो ये कितनी आ गई 1176/2, ठीक है। 1176/2 का मतलब की है 5, ठीक है, इनका 8 आ जाएगा, ये 8 आ जाएगा, ठीक है। सो 588 वाट के बराबर पावर अपने को आ जाएगी, ओके। हाँ जी, देखो नेक्स्ट न्यूमेरिकल है अ जेट इंजन डेवलप्स अ फॉरवर्ड फोर्स ऑन द एयरक्राफ्ट ऑफ 2 लाख न्यूटन
2 ਲੱਖ ਨਿਊਟਨ ਦੀ ਫਾਰਵਰਡ ਫੋਰਸ ਜੈਟ ਇੰਜਨ ਡਿਵੈਲਪ ਕਰ ਦਿੰਦਾ 에ਅਰਕ੍ਰਾਫਟ ਤੇ। ਕੈਲਕੂਲੇਟ ਦਾ ਪਾਵਰ ਆਫ ਦਾ ਇੰਜਨ if the aircraft is flying at 720 km per hour। ਸੋ 에ਅਰਕ੍ਰਾਫਟ ਮਤਲਬ ਇੱਕ ਪਲੇਨ ਹੈ, ਕੋਈ 720 km per hour ਦੀ ਸਪੀਡ ਨਾਲ ਉੱਡ ਰਿਹਾ ਹੈ, ਤੇ ਜੈਟ ਇੰਜਨ ਜਿਹੜਾ ਹੁੰਦਾ ਉਹ ਡਿਵੈਲਪ ਕਰ ਰਿਹਾ ਫਾਰਵਰਡ ਫੋਰਸ ਆਫ 2 ਲੱਖ ਨਿਊਟਨ, ਤੇ ਆਪਾਂ ਪਾਵਰ ਦੀ ਕੈਲਕੂਲੇਟ ਕਰਨੀ ਹੈ। ਹੁਣ ਦੇਖੋ ਕੀ ਹੈ, ਜਿਹੜੀ ਫੋਰਸ ਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਹੈ ਉਹ ਦਿੱਤੀ ਹੈ 2 ਲੱਖ, ਠੀਕ ਹੈ। ਸੋ ਇਹਨੂੰ ਆਪਾਂ 2 × 10⁵ ਨਿਊਟਨ ਵੀ ਲਿਖ ਸਕਦੇ ਹਾਂ, ਠੀਕ ਹੈ। ਹੁਣ ਜਿਹੜੀ ਵੈਲੋਸਿਟੀ ਹੈ ਉਹ ਹੈਗੀ ਹੈ 720 km per hour, ਠੀਕ ਹੈ। ਸੋ ਆਪਾਂ SI ਯੂਨਿਟ ਵਿੱਚ ਕਨਵਰਟ ਕਰਾਂਗੇ ਪਹਿਲਾਂ, ਕਿਉਂਕਿ ਨਿਊਟਨ SI ਯੂਨਿਟ ਹੈ, ਇਹਨੂੰ ਵੀ ਆਪਾਂ ਕਨਵਰਟ ਕਰਾਂਗੇ ਤੇ ਆਪਣੇ ਕੋਲ ਕੀ ਬਣ ਜਾਏਗਾ 720 × 5/18, 5/18 ਮੀਟਰ ਪਰ ਸੈਕਿੰਡ ਬਣ ਜਾਏਗਾ ਜੀ, ਠੀਕ ਹੈ। ਇਹ ਕੱਟ ਕੇ ਕਿੰਨਾ ਆ ਜਾਏਗਾ, ਦੇਖੋ 4 ਆ ਗਿਆ, 40 40 5 200, 200 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਉੱਡ ਰਿਹਾ 에ਅਰਕ੍ਰਾਫਟ। ਤਾਂ ਉਹਦੀ ਪਾਵਰ ਕਿੰਨੀ ਹੋ ਜਾਏਗੀ, ਫੋਰਸ ਇੰਟੂ ਵੈਲੋਸਿਟੀ, ਠੀਕ ਹੈ। ਸੋ ਫਾਰਵਰਡ ਫੋਰਸ ਲੱਗ ਰਹੀ ਹੈ ਤੇ ਵੈਲੋਸਿਟੀ ਸੇਮ ਡਾਇਰੈਕਸ਼ਨ 'ਚ ਨੇ, ਫੋਰਸ ਇੰਟੂ ਵੈਲੋਸਿਟੀ, ਇਹ ਆ ਗਈ 2 × 10⁵ ਇੰਟੂ 200। ਸੋ ਇਹ ਬਣ ਗਿਆ 2 2 4, 10⁷ ਬਣ ਜਾਏਗਾ, ਠੀਕ ਹੈ। ਇੰਨੇ ਵਾਟ ਹੋ ਗਿਆ, ਠੀਕ ਹੈ। 4 × 10⁷ ਵਾਟ ਜਿਹੜੀ ਹੈ ਪਾਵਰ ਉਸ 에ਅਰਕ੍ਰਾਫਟ ਦੀ ਆ ਜਾਏਗੀ।